ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਪਿਆਰੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਗੁਰੂ ਦਰ ਤੇ ਜੁੜ ਕੇ ਵਾਹਿਗੁਰੂ ਨਾਲ ਜੁੜਨ ਦਾ ਨਿਮਾਣਾ ਜਿਹਾ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਇਸ ਪਾਵਨ ਬਚਨ ਅੰਦਰ ਸੋਝੀ ਦਿੰਦਿਆਂ ਹੋਇਆਂ ਸਮਝਾਉਂਦੇ ਨੇ ਕਿ ਗੁਰੂ ਦੀ ਸੇਵਾ ਦੁਆਰਾ ਮਨ ਨੂੰ ਸਹਿਜ ਹਾਸਲ ਹੁੰਦਾ ਹੈ। ਗੁਰੂ ਦੀ ਸੇਵਾ ਦੁਆਰਾ ਸਾਡੇ ਜੀਵਨ ਵਿੱਚ ਆਨੰਦ ਆਉਂਦਾ ਹੈ। ਗੁਰੂ ਦੀ ਸੇਵਾ ਦੁਆਰਾ ਸਾਡਾ ਮਨ ਨਿਰਮਲ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਸੂਖ ਸਹਿਜ ਆਨੰਦ ਘਨਾ। ਬਹੁਤ ਸੁਖ, ਬਹੁਤ ਆਨੰਦ, ਬਹੁਤ ਘਣਾ। ਕਿਵੇਂ ਮਿਲਿਆ? ਗੁਰ ਸੇਵਾ ਤੇ ਭੈ ਮਨ ਨਿਰਮਲ। ਜਦੋਂ ਗੁਰੂ ਦੀ ਸੇਵਾ ਦੁਆਰਾ ਮਨ ਨਿਰਮਲ ਹੋ ਗਿਆ, ਜਦੋਂ ਮਨ ਪਵਿੱਤਰ ਹੋ ਗਿਆ। ਗੁਰ ਸੇਵਾ ਤੇ ਭੈ ਮਨ ਨਿਰਮਲ, ਹਰ 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 ਨਾਮ ਸੁਣਾ। ਵਾਹਿਗੁਰੂ ਦੇ ਨਾਮ ਨੂੰ ਆਪਣੇ ਕੰਨਾਂ ਨਾਲ ਜਦੋਂ ਮੈਂ ਸੁਣਿਆ, ਮੈਂ ਹੱਥਾਂ ਨਾਲ ਉਹਦੀ ਸੇਵਾ ਵਿੱਚ ਲੱਗਿਆ ਤੇ ਕੰਨ ਮੇਰੇ ਉਹਦਾ ਜਸ ਸੁਣਨ ਵਿੱਚ ਲੱਗੇ, ਜ਼ੁਬਾਨ ਮੇਰੀ ਉਸ ਪਰਮੇਸ਼ਰ ਦੇ ਗੁਣ ਗਾਉਣ ਵਿੱਚ ਲੱਗੀ। ਜਦੋਂ ਅਸੀਂ ਕੁਛ ਵੀ ਕਰੀਏ, ਸਿਮਰਨ ਕਰੀਏ, ਚਾਹੇ ਪਾਠ ਕਰੀਏ, ਚਾਹੇ ਕੀਰਤਨ ਕਥਾ ਸੁਣੀਏ ਕਰੀਏ, ਤਾਂ ਸਾਡੀ ਸੁਰਤੀ, ਸਾਡਾ ਧਿਆਨ ਉਸ ਵਾਹਿਗੁਰੂ ਵਿੱਚ ਲੱਗੇ। ਜਦੋਂ ਅਸੀਂ ਪਾਠ ਕਰਦੇ ਕਰਦੇ ਉਸ ਵਾਹਿਗੁਰੂ ਵਿੱਚ ਜੁੜਦੇ ਜਾਂਦੇ ਹਾਂ, ਕੀਰਤਨ ਕਥਾ ਸੁਣਦੇ ਸੁਣਦੇ ਉਸ ਪਰਮੇਸ਼ਰ ਨਾਲ ਇਕਮਿਕ ਹੁੰਦੇ ਜਾਂਦੇ ਹਾਂ, ਉਹਦਾ ਸਿਮਰਨ ਕਰਦਿਆਂ ਕਰਦਿਆਂ ਉਹਦੇ ਨਾਲ ਸਾਡੀ ਸਾਂਝ ਬਣਦੀ ਜਾਂਦੀ ਹੈ। ਸਤਿਗੁਰੂ ਕਹਿੰਦੇ ਫਿਰ ਮਨ ਨਿਰਮਲ ਹੁੰਦਾ ਹੈ, ਫਿਰ ਮਨ ਨਿਰਮਲ ਹੁੰਦਾ ਹੈ। ਤੁਸੀਂ ਬਹੁਤ ਦਫਾ ਜਦੋਂ ਕੱਪੜੇ ਧੋਂਦੇ ਹੋਵੋਗੇ ਇਹ ਵੇਖਿਆ ਹੋਵੇਗਾ ਕਿ ਜਦੋਂ ਤੱਕ ਕੱਪੜਾ ਅਤੇ ਸਾਬਣ ਉਹ ਦੋਨੋਂ ਇੱਕ ਦੂਸਰੇ ਦੇ ਨਾਲ ਮਿਲ ਨਹੀਂ ਨਾ ਜਾਂਦੇ, ਉਦੋਂ ਤੱਕ ਝੱਗ ਨਹੀਂ ਪੈਦਾ ਹੁੰਦੀ, ਉਦੋਂ ਤੱਕ ਕੱਪੜੇ ਦੀ ਮੈਲ ਨਹੀਂ ਲੱਥਦੀ। ਕਈ ਵਾਰੀ ਐਸਾ ਹੁੰਦਾ ਹੈ ਕਿ ਕੱਪੜਾ ਥੋੜ੍ਹਾ ਬਹੁਤ ਗਿੱਲਾ ਹੈ, ਤੁਸੀਂ ਉਹਦੇ ਉੱਤੇ ਸੁੱਕਾ ਸਾਬਣ ਰਗੜੀ ਜਾਓ ਤਾਂ ਉਹ ਸਾਬਣ ਕੱਪੜੇ ਦੇ ਉੱਪਰ ਪੂਰੀ ਤਰ੍ਹਾਂ ਲੱਗਦਾ ਨਹੀਂ। ਇਸ ਲਈ ਅਸੀਂ ਪਹਿਲਾਂ ਚੰਗੀ ਤਰ੍ਹਾਂ ਕੱਪੜੇ ਨੂੰ ਵੀ ਭਿਗਾਉਂਦੇ ਹਾਂ, ਸਾਬਣ ਨੂੰ ਵੀ ਭਿਗਾਉਂਦੇ ਹਾਂ, ਦੋਨਾਂ ਨੂੰ ਗਿੱਲਾ ਕਰ ਲੈਂਦੇ ਹਾਂ। ਜਦੋਂ ਉਹ ਦੋਨੋਂ ਆਪਸ ਵਿੱਚ ਮਿਲ ਜਾਂਦੇ ਨੇ ਤਾਂ ਝੱਗ ਪੈਦਾ ਹੁੰਦੀ ਹੈ। ਤਾਂ ਫਿਰ ਉਹ ਸਾਬਣ
ਕੱਪੜੇ ਦੇ ਰਗ ਰੇਸ਼ੇ ਵਿੱਚ, ਉਹਦੇ ਤਾਣੇ ਵਿੱਚ ਚਲਿਆ ਜਾਂਦਾ ਹੈ, ਤਾਂ ਫਿਰ ਉਹਦੇ ਅੰਦਰ ਜਿਹੜੀ ਮੈਲ ਫਸੀ ਹੁੰਦੀ ਹੈ ਉਹ ਸਾਬਣ ਸਾਰੀ ਮੈਲ ਨੂੰ ਬਾਹਰ ਕੱਢ ਲਿਆਉਂਦਾ ਹੈ। ਬਿਲਕੁਲ ਐਸਾ ਹੀ ਜਾਣੋ ਕਿ ਜਦੋਂ ਤੱਕ ਅਸੀਂ ਇਸ ਢੰਗ ਨਾਲ ਉਹਦੇ ਨਾਲ ਇੱਕ ਨਹੀਂ ਹੁੰਦੇ, ਤੁਸੀਂ ਸ਼ਬਦ ਸੁਣੋ ਤੇ ਸ਼ਬਦ ਵਿੱਚ ਜੁੜ ਜਾਵੋ, ਤੁਸੀਂ ਕੀਰਤਨ ਸੁਣੋ ਤਾਂ ਕੀਰਤਨ ਵਿੱਚ ਲੀਨ ਹੋ ਜਾਵੋ, ਤੁਸੀਂ ਪਾਠ ਕਰੋ ਤਾਂ ਉਹਦੇ ਵਿੱਚ ਹੀ ਲੀਨ ਹੋ ਜਾਓ, ਤੁਸੀਂ ਸਿਮਰਨ ਕਰੋ ਤਾਂ ਉਹਦੇ ਵਿੱਚ ਹੀ ਡੁੱਬ ਜਾਵੋ। ਜਦੋਂ ਇਸ ਤਰ੍ਹਾਂ ਕਰੋਗੇ ਤਾਂ ਮਨ ਨਿਰਮਲ ਹੁੰਦਾ ਹੈ, ਤਾਂ ਮਨ ਦੀ ਮੈਲ ਲੱਥਦੀ ਹੈ। ਇਹੀ ਢੰਗ ਹੈ ਮਨ ਨੂੰ ਨਿਰਮਲ ਕਰਨ ਦਾ। ਸਤਿਗੁਰੂ ਕਹਿੰਦੇ ਗੁਰ ਸੇਵਾ ਤੇ ਭਏ ਮਨ ਨਿਰਮਲ। ਗੁਰੂ ਦੀ ਸੇਵਾ ਰਾਹੀਂ ਮਨ ਨਿਰਮਲ ਹੋ ਗਿਆ। ਜਿਵੇਂ ਜਿਵੇਂ ਮੈਂ ਗੁਰੂ ਦੀ ਸੇਵਾ ਵਿੱਚ ਲੱਗਾ, ਖਿਆਲ ਰੱਖਣਾ ਬਹੁਤ ਸਾਰੇ ਲੋਕ ਸੇਵਾ ਕਰਦੇ ਨੇ ਪਰ ਸਭ ਦਾ ਮਨ ਨਿਰਮਲ ਨਹੀਂ ਹੁੰਦਾ। ਬਹੁਤੀ ਵੇਰਾ ਲੋਕ ਹੰਕਾਰੀ ਹੋ ਜਾਂਦੇ ਨੇ। ਹੰਕਾਰੀ ਉਹ ਲੋਕ ਹੁੰਦੇ ਨੇ ਸੇਵਾ ਕਰਕੇ ਜਿਨ੍ਹਾਂ ਨੇ ਸੇਵਾ ਕਰਦਿਆਂ ਗੁਰੂ ਦਾ ਆਸਰਾ ਨਾ ਲਿਆ ਹੋਵੇ, ਜਿਹੜੇ ਸੇਵਾ ਕਰਦਿਆਂ ਗੁਰੂ ਵਿੱਚ ਨਹੀਂ ਲੱਗੇ, ਜਿਹੜੇ ਸੇਵਾ ਕਰਦਿਆਂ ਇੱਧਰ ਉੱਧਰ ਦੀਆਂ ਗੱਲਾਂ ਵਿੱਚ ਲੱਗੇ ਰਹੇ, ਜਿਹੜੇ ਸੇਵਾ ਕਰਦਿਆਂ ਮਾਇਆ ਵਿੱਚ ਲੱਗੇ ਰਹੇ, ਮਨ ਮਾਇਆ ਦੀਆਂ ਵਿਚਾਰਾਂ ਵਿੱਚ ਜਿਨ੍ਹਾਂ ਦਾ ਲੱਗਾ ਰਿਹਾ, ਉਹਨਾਂ ਦਾ ਮਨ ਹੰਕਾਰੀ ਹੋ ਜਾਂਦਾ ਹੈ। ਇਸ ਲਈ ਜਦੋਂ ਸੇਵਾ ਕਰੋ ਤਾਂ ਇਸ ਗੱਲ ਦੇ ਉੱਤੇ ਧਿਆਨ ਦੇਣਾ ਕਿ ਮਨ ਕਿਸੇ ਹੋਰ ਗੱਲ ਵੱਲ ਧਿਆਨ ਨਾ ਦੇਵੇ, ਮਨ ਕਿਸੇ ਹੋਰ ਗੱਲ ਵਿੱਚ ਲੱਗੇ ਨਾ, ਮਨ ਨੂੰ ਕਈ ਤਰ੍ਹਾਂ ਦੇ ਕੋਈ ਫੁਰਨੇ ਨਾ ਆਉਣ, ਮਨ ਵਾਸ਼ਨਾਵਾਂ ਵਿੱਚ ਨਾ ਜਾਵੇ, ਮਨ ਰੂਪ ਰੰਗ ਵਿੱਚ ਨਾ ਉਲਝੇ, ਮਨ ਨੂੰ ਸੇਵਾ ਵਿੱਚ ਲੱਗੇ ਰਹਿਣ ਦੇਣਾ। ਜਦੋਂ ਸੇਵਾ ਕਰੋ ਤਾਂ ਇਹ ਦੇਖਦੇ ਰਹਿਣਾ ਕਿ ਮੈਂ ਸੇਵਾ ਕਰਦਾ ਹਾਂ, ਮੈਂ ਕਰ ਰਿਹਾ ਹਾਂ। ਬਾਰ-ਬਾਰ ਇਸ ਗੱਲ ਨੂੰ ਚੇਤੇ ਰੱਖਣਾ। ਇਸ ਲਈ ਤੇ ਕਿਹਾ ਜਾਂਦਾ ਹੈ ਕਿ ਸੇਵਾ ਕਰਦਿਆਂ ਨਾਲ ਨਾਲ ਸਿਮਰਨ ਕਰਦੇ ਰਹੋ। ਗੁਰੂ ਦੀ ਸੇਵਾ ਕਰੋ, ਨਾਲ ਨਾਲ ਗੁਰੂ ਗੁਰੂ ਕਰਦੇ ਰਹੋ, ਕਿਉਂਕਿ ਜਦੋਂ ਸੇਵਾ ਕਰਦੇ ਆ ਤੁਸੀਂ ਗੁਰੂ ਗੁਰੂ ਕਰਦੇ ਰਹੋਗੇ ਤਾਂ ਮਨ ਫਿਰ ਇੱਧਰ ਉੱਧਰ ਨਹੀਂ ਜਾਂਦਾ, ਮਨ ਫਿਰ ਇੱਧਰ ਉੱਧਰ ਨਹੀਂ ਦੌੜਦਾ। ਸੇਵਾ ਕਰਦਿਆਂ ਤੁਸੀਂ ਆਪਣੇ ਘਰ ਦੇ ਕੰਮ ਕਰਦੇ ਹੋ, ਆਪਣੇ ਘਰ ਵਿੱਚ ਕਿਚਨ ਦਾ ਕੰਮ ਕਰਦੇ ਹੋ, ਕਿਚਨ ਵਿੱਚ ਤੁਸੀਂ ਖਾਣਾ ਬਣਾ ਰਹੇ ਹੋ, ਭਾਂਡੇ ਧੋ ਰਹੇ ਹੋ, ਕੁਛ ਵੀ ਕਰ ਰਹੇ ਹੋ, ਤਾਂ ਉਸ ਕੰਮ ਨੂੰ ਕਰਦਿਆਂ ਕਰਦਿਆਂ ਨਾਲ ਤੁਸੀਂ ਵਾਹਿਗੁਰੂ ਨੂੰ ਸਿਮਰੀ ਜਾਓ, ਨਾਲ ਨਾਲ ਤੁਸੀਂ ਉਸ ਪਰਮੇਸ਼ਰ ਨੂੰ ਧਿਆਈ ਜਾਓ। ਸਾਡਾ ਉਹ ਘਰ ਦਾ ਕੰਮ ਵੀ ਸਫਲ ਹੋ ਜਾਂਦਾ ਹੈ, ਸਾਡੀ ਜ਼ੁਬਾਨ ਵੀ ਸਫਲੀ ਹੋ ਜਾਂਦੀ ਹੈ। ਇਸ ਲਈ ਸਤਿਗੁਰੂ ਕਹਿੰਦੇ ਸਾਡਾ ਹਰ ਕਰਮ ਸੇਵਾ ਬਣ ਜਾਂਦਾ ਹੈ ਜਦੋਂ ਵਾਹਿਗੁਰੂ ਸਾਡੇ ਕਰਮ ਦੇ ਵਿੱਚ ਆ ਜਾਂਦਾ ਹੈ, ਜਦੋਂ ਪਰਮੇਸ਼ਰ ਆ ਜਾਂਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਉਹਨੂੰ ਸਿਮਰਦਾ ਰਹੋ, ਉਹਦੀ ਸੇਵਾ ਕਰਦੇ ਰਹੋ। ਉਹਦੀ ਸੇਵਾ ਕਰਦਿਆਂ ਮਨ ਨਿਰਮਲ ਹੋ ਜਾਂਦਾ ਹੈ, ਉਹਦੀ ਸੇਵਾ ਕਰਦਿਆਂ ਮਨ ਦੀ ਮੈਲ ਲੱਥ ਜਾਂਦੀ, ਮਨ ਸਹਿਜ ਵਿੱਚ ਟਿਕ ਜਾਂਦਾ ਹੈ। ਸਹਿਜ ਟਿਕਾ ਕਿ ਮਨ ਡੋਲਦਾ ਨਹੀਂ ਹੁਣ। ਮਨ ਉਦੋਂ ਤੱਕ ਹੀ ਡੋਲਦਾ ਹੈ ਜਦੋਂ ਤੱਕ ਇਹ ਖਾਲੀ ਹੁੰਦਾ ਹੈ, ਜਦੋਂ ਤੱਕ ਇਹ ਖਾਲੀ ਹੈ। ਖਾਲੀ ਕਿਹਨਾਂ ਚੀਜ਼ਾਂ ਕਰਕੇ ਹੈ? ਕਾਮ ਕਰਕੇ, ਕ੍ਰੋਧ ਕਰਕੇ, ਲੋਭ ਕਰਕੇ, ਮੋਹ ਕਰਕੇ।
ये मन खाली है। मन चाहता है कि सारिया चीज़ां मिल जान, पर मन नूं तां कुछ मिलता नहीं। मन ने किहड़ा अज तक किसी चीज़ का स्वाद चखिया? स्वाद तां हमेशा साडी जुबान चखदी है। मन कदे किसी गड्डी विच सफ़र थोड़ी करदा है, सफ़र तां साडा शरीर करदा है। मन हवाई जहाज़ विच नहीं बहिंदा, उहदे विच साडा शरीर बैठदा है। मन पैसे राही कोई चीज़ नहीं खरीददा, ना इसनूं किसी चीज़ नूं खरीदण दी ज़रूरत है, पर मन हमेशा ही चाहुंदा रहिंदा है कि पैसा होवे, दौलत होवे, बेअंत दौलत होवे। दौलत किहदे कोल हुंदी है? शरीर कोल। शरीर दे वॉलेट विच, शरीर दे परस विच, शरीर दे पहने हुए कपड़ियां दी जेब विच, जां बैंक विच, जां घर दी किसी तिजोरी अलमारी विच। मन कोल की हुंदा है? मन कोल कुछ भी नहीं। मन चाहुंदा है सब कुछ मिले, पर मन नूं कुछ भी नहीं मिलता। बिल्कुल ऐसा है कि जिवें तुसीं बहुत सारा समान इकट्ठा करो, जोड़ो, बनावो मेहनत करके, ते उसनूं गुआंढियां दे घर विच जमा करी जाओ। मन की हालत बिल्कुल ऐसी है। मन बहुत कुछ चाहुंदा है, बहुत कुछ करदा है, पर मन नूं हासिल कुछ भी नहीं हुंदा। सारा कुछ शरीर दे लई रह जांदा है। मन चाहुंदा है कि वधिया कपड़ा पहनना, पर मन थोड़ी पहनदा है, शरीर पहनदा है। मन चाहुंदा है कि वधिया पकवान खावां, मन थोड़ी खांदा है, शरीर खांदा है। मन चाहुंदा है वधिया गड्डी विच घुम्मां, मन कित्थे घुमदा है? मन नूं किसी गड्डी की जरूरत ही नहीं पैंदी घुम्मण दी, शरीर घुमदा है गड्डियां विच। मन तां साडा, असीं इत्थे बैठे हां, मन पता नहीं किधर घुमदा फिरदा है। सानू साडे शरीर नूं एक थां तो दूसरी थां जाण वास्ते गड्डी दी, मोटरसाइकिल, स्कूटर की जरूरत पैंदी, मन नूं थोड़ी ना पैंदी। असीं इत्थे बैठे हां, मन साडा कनेडा अमरीका पहुंच जांदा है, उहनूं तां हवाई जहाज़ की भी नहीं लोड़ पई उत्थे जाण दी। इसलिए मन ऐसा है कि इस मन हासिल सारा कुछ करना चाहुंदा है, पर मन नूं हासिल हुंदा कुछ भी नहीं। मन अखीर खाली रह जाता है कि चीज़ां बहुत इकट्ठियां करदा है, पर इकट्ठियां गुआंढियां दे घर विच करी जांदा है, अपना घर खाली। इसलिए ऐसा मन वो कदे टिकदा नहीं। इसलिए सतगुरु ने कहा कि मन खाली है, मन खाली होने करके टिकदा नहीं है। सतगुरु कहते कौ कबीर शूशा घट बोले, कि खाली घड़ा बोलदा है। साडे मन विच जिहड़े फुरने आउंदे रहिंदे ने ना, मन विच ख्याल आउंदे रहिंदे ने चंगे माड़े, वो क्यों आउंदे ने? क्योंकि मन खाली है, तां आवाज़ां आउंदियां। तुसीं अपने घर विच रहिंदे हो, तुसीं अपने घर दे एक कमरे का सारा समान कढ लो बाहर, कुछ ना उत्थे बचे। तुसीं वेखना कि जदों कमरा खाली हो गया तो उस कमरे विचों आवाज़ आउण लग जाती। तुसीं कमरे विच जाके कुछ कहा, बोलिया, किसी नूं आवाज़ दित्ती, तो तुहाडे कमरे विचों वो आवाज़ रिफ्लैक्ट हो के वो वापस आई तुहाडे कोल। क्यों आई? क्योंकि हुण खाली हो गया। जदों कमरा खाली है उदों तुहाडी आवाज़ कंधां नाल टकरा के वापस आ जाती, पर जदों कमरा भरिया है, उहदे विच सोफा पिया, उहदे विच होर समान पिया, तो फिर आवाज़ तुहाडे तक वापस नहीं आउंदी। खाली थाहां विचों ही आवाज़ां आउंदियां, खाली थाहां विचों। मन है खाली, इस करके मन दे विचों आवाज़ां आउंदियां रहिंदियां कि आ नहीं है, ओ नहीं है, फलानी चीज़ मिल जाए, ये मिल जाए, ओ मिल जाए, फलाना बंदा मेरी इज्जत नहीं करता, फलाना मैनू माड़ा बोलदा है, फलाना मेरे नाल माड़ा व्यवहार करता है, फलाना बंदा मेरे बारे गलत सोचता है। मन विचों यही कुछ चलता रहिंदा है। किसी ने मैनू फतेह नहीं बुलाई, किसी ने मैनू देख के
मैनू सिर नहीं झुकाया, बस यही कुछ मन में चलता रहता है। मन बोलता रहता है, हर वेले बोलता रहता है। सतगुरु कहते क्योंकि खाली है इस करके डोलदा है, इस करके बोलदा है। जदों भांडा भरिया हुंदा है उदों उहदे विचों आवाज़ नहीं आउंदी। खाली भांडा खड़कदा है, कई तरह दीयां आवाज़ां करदा है। तुसीं देखदे हो कि ढोल, ढोलकी, तबला, उन्हां विचों आवाज़ क्यों आउंदी है? उन्हां विचों संगीत पैदा हुंदा है क्योंकि वो विचों खाली ने, विच कुछ भी नहीं है, विच कुछ नहीं। ढोल दे अंदर देखो की है, कुछ भी नहीं है, खाली पे अंदरों, सिर्फ एक खोल है बस। बिल्कुल ऐसा ही मन खाली पे है, इस करके बहुत रौला पाउंदा फिरदा है। बहुत जिमें थाप पैंदी है ना, जिमें चोट पैंदी है ढोल दे उत्ते, बड़ा उच्ची शोर मचाउंदा है। बिल्कुल ऐसा ही मन दे उत्ते जरा जी थाप पैंदी, मन बहुत रौला पाउंदा है। जरा जा किसी ने पैर दे उत्ते पैर धर दिता गलती नाल, मन चीक उठदा है, मन चीक उठदा है, मन कुरला उठदा है। ਉਹਨੂੰ ਵੱਢ ਖਾਣ ਨੂੰ, ਮਾਰ ਖਾਣ ਨੂੰ ਪੈਂਦਾ ਹੈ ਉਸ ਬੰਦੇ ਨੂੰ, ਕਿਉਂਕਿ ਹੰਕਾਰ ਇੰਨਾ ਜ਼ਿਆਦਾ ਹੈ। ਇਸ ਲਈ ਜਿੱਡਾ ਵੱਡਾ ਢੋਲ ਓਡੀ ਵੱਡੀ ਆਵਾਜ਼ ਹੈ, ਜਿੱਡਾ ਵੱਡਾ ਸਾਡਾ ਹੰਕਾਰ ਓਡਾ ਵੱਡਾ ਰੌਲਾ, ਓਡਾ ਵੱਡਾ ਸ਼ੋਰ। ਇਸ ਲਈ ਜਿੰਨਾ ਖਾਲੀਪਨ ਸਾਡੇ ਮਨ ਦਾ, उन्ना ही साडे मन का शोर शराबा। सतगुरु कहते जदों सहज आ जाता है, सहज मतलब टिका, सहज मतलब राज्य, बिल्कुल राज्य टिका। जदों बिल्कुल सहज है, सहज मतलब मन डोलदा नहीं है, मन इधर उधर नहीं जाता, मन नूं कुछ हुंदा ही नहीं। किसी का रूप देख के मन ते कोई असर नहीं हुंदा। हाँ देख लिया जी, हाँ सोहना है, बस गल खत्म। देख लिया घर किसी का बहुत सोहना बनया होया, बस ठीक है, काफ़ी है, पर उस चीज़ ने कोई असर नहीं किया। असीं वेखदे हां किसी का रूप, तो रूप देख के सिर्फ ये नहीं कहते सोहना है, ਉਹਨੂੰ ਵੇਖ ਕੇ ਵਾਸਨਾ ਵੀ ਮਨ ਵਿੱਚ ਪੈਦਾ ਹੋ ਜਾਂਦੀ। ਕਿਸੇ ਦਾ ਘਰ ਦੇਖਦੇ ਆ ਤੇ ਘਰ ਦੇਖ ਕੇ ਸਿਰਫ ਇਹੀ ਨਹੀਂ ਕਹਿੰਦੇ ਸੋਹਣਾ, ਮਨ ਵਿੱਚ ਇਹ ਵੀ ਉੱਠ ਜਾਂਦਾ ਹੈ, ਕਾਸ਼ ਮੇਰੇ ਕੋਲ ਵੀ ਹੋਵੇ ਇਹੋ ਜਿਹਾ ਘਰ, ਕਾਸ਼ ਇਹੋ ਜਿਹੀ ਕਾਰ ਮੇਰੇ ਕੋਲ ਵੀ ਹੋਵੇ। ਸਾਡਾ ਮਨ ਉਹਦੇ ਨਾਲ ਸੰਬੰਧ ਜੋੜ ਲੈਂਦਾ, ਉਹਦੇ ਨਾਲ ਜੋੜ ਲਿਆ ਮਨ ਨੇ ਖੁਦ ਨੂੰ, ਇਹ ਮੇਰੇ ਕੋਲ ਹੋਵੇ ਇਹ ਚੀਜ਼, ਇਹੋ ਜਿਹੀ ਇਸਤਰੀ ਮੇਰੇ ਕੋਲ ਹੋਵੇ, ਇਹੋ ਜਿਹਾ ਪਤੀ ਮੇਰਾ ਹੁੰਦਾ, ਇਹੋ ਜਿਹੀ ਇੰਨੀ ਜ਼ਮੀਨ ਮੇਰੇ ਕੋਲ ਹੁੰਦੀ, ਇਸ ਅਹੁਦੇ ਤੇ ਕਾਸ਼ ਕਿਤੇ ਮੈਂ ਬੈਠਾ ਹੁੰਦਾ। ਮਨ ਨੇ ਸੰਬੰਧ ਜੋੜ ਲਿਆ। ਸਹਿਜ ਵਿੱਚ ਐਸਾ ਨਹੀਂ ਹੈ। ਸਹਿਜ ਵਿੱਚ ਉਹ ਦੇਖਦਾ ਹੈ कि बहुत सारे लोग ने, बहुत सुंदर ने, ठीक है, बस सुंदर है, वाहिगुरू का रूप है, बस ठीक है, बहुत सोहना घर है, बस काफ़ी है, संबंध नहीं बनाया, हाँ ठीक है जी, खूबसूरत है घर, हाँ जी बहुत ज़मीन है, बहुत उच्चे अहुदे ते बैठे हो तुसीं, बस ठीक है, पर मन जुड़िया नहीं। मन ने नहीं कहा कि काश मेरे कोल होवे, काश मेरा घर होवे, काश ये ज़मीन मेरी होवे, काश ये फ्लैट मेरा होवे, ना, मन ने कोई संबंध नहीं जोड़िया। ये है सहज कि बस देखिया ते देख के बस गल खत्म, कि गुलाब का फुल सोहना है, हाँ जी बहुत सोहना है, ना तोड़िया, ना आप उहदे नाल कोई संबंध तोड़िया, ना उस दा कोई नुकसान किया,
बस देखिया कि खूबसूरत है, वाहिगुरु ने बहुत सोहना बनाया, बस ठीक है। ਉਹਨੂੰ देख के आनंदित हो गए, ਉਹਨੂੰ देख के प्रसन्न होए, पर ਉਹਨੂੰ ਤੋੜਨ ਦੀ, ਤੋੜ ਕੇ ਆਪਣੇ ਘਰ ਲਿਜਾਣ ਦੀ ਕੋਸ਼ਿਸ਼ नहीं की, क्योंकि इस काम ਵਿੱਚ ही ਉਹ ਫੁੱਲ ਨਾ ਸਾਡਾ ਰਿਹਾ ਨਾ ਉਹ ਟਾਹਣੀ ਦਾ ਰਿਹਾ। ਜਿਹੜਾ ਉਹਨੇ 4 दिन ਖਿੜਨਾ ਸੀ ਹੁਣ ਨਹੀਂ ਉਹਨੇ ਖਿੜਨਾ, ਹੁਣ ਉਹਨੇ ਸ਼ਾਮ ਤੱਕ ਮੁਰਝਾ ਜਾਣਾ ਜਦੋਂ ਅਸੀਂ ਤੋੜ ਲਿਆ ਉਹਨੂੰ। ਜਦੋਂ ਹੀ ਸਾਡਾ ਮਨ ਦੂਸਰੀਆਂ ਚੀਜ਼ਾਂ ਨਾਲ ਸੰਬੰਧ ਜੋੜ ਲੈਂਦਾ ਤਦੋਂ ਹੀ ਇਹ ਮਨ ਉਹਨਾਂ ਚੀਜ਼ਾਂ ਦੇ ਵਿੱਚ ਗਲਤਾਨ ਹੋ ਜਾਂਦਾ ਹੈ, ਡੋਲ ਜਾਂਦਾ ਹੈ। ਸਹਿਜ ਮਤਲਬ ਅਡੋਲ ਅਵਸਥਾ, कि कोई संबंध नहीं जुड़िया, कुछ नहीं मन दे उत्ते असर होया। सहज, सतगुरु कहते सूख सहज आनंद घना, कि बहुत आनंद है, बहुत सुख जदों सहज हुंदा है साडे जीवन विच, फिर साडे जीवन विच आनंद हुंदा है। जदों टिका है, जदों अडोलता है, तो मन बिल्कुल टिकिया, बिल्कुल शांत है। इसलिए सतगुरु कहते गुर सेवा ते मन निर्मल, भय मन निर्मल, हर 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 नाम सुना। गुरु की सेवा द्वारा मन निर्मल हो गया, तो वाहिगुरु के नाम नूं सुन के तृप्ति, मन बिल्कुल शांत। सतगुरु कहते मिटी इतिहास अज्ञान अंधेरे, अज्ञानता दे विच जो माया की प्यास सी, माया की प्यास लगती ही अज्ञानता विच, अज्ञानता विच, क्योंकि जिन्हों ज्ञान हो गया वो भला माया वल नूं क्यों दौड़ेगा, वो उस चीज़ वल नूं क्यों भजेगा जिहड़ी है ही नहीं, जिहड़ी थोड़ चिरी है। ज्ञानी बंदा वो फुल नूं तोड़दा नहीं, वो फुल नूं टाहणी नाल लगा वेख के प्रसन्न हुंदा है ते जानदा है कि वाहिगुरु इस फुल दे विच किन्ना खूबसूरत खिड़िया होया। ज्ञानी ये करता है, तो अज्ञानी की करता है? अज्ञानी कहता है कि इन्ना सोहना तोड़ के घर लै जावां, उस नूं तोड़ के घर लै जांदा है, उहनूं परमेश्वर तां उहदे विचों नज़र नहीं आउंदा, ਉਹਦੇ ਨਾਲ संबंध जोड़ लैंदा है, ਉਹਨੂੰ तोड़ के घर लै जांदा है, ना फुल ਉਹਦੇ जोगा रहिंदा है ना किसी होर जोगा, वो नष्ट हो जाता है। सतगुरु कहते ये तृष्णा है कि किसी होर नूं ना मिल जाए, मैनू मिल जाए, कोई होर ना इहदा आनंद लै लवे, मैनू मिले। अज्ञानता दे विच बंदा ऐसा करता है। सतगुरु कहते ये त्यास ये मिट गई, जिहड़ी हनेरे कारण पैदा हुई सी ना, अज्ञानता कारण जिहड़ी माया की प्यास पैदा हुई सी, मिट गई। हुण मिटी त्यास अज्ञान अंधेरे, साध सेवा अग कट्टे कनेरे। सतगुरु कहते साधु की सेवा करके, गुरु की सेवा करके कट गए पाप, कट्टे गए अग, क्योंकि असी अज्ञानता दे वस कुछ ना कुछ गलत कर बैठते हैं, कुछ गलत बोल बैठते हैं, ना समझी करके, ना समझी करके, ना समझी ही साडी साडे कोलों गलत काम कराउंदी है। समझ होवे तो फिर गलत होवे क्यों? अज दे दिन मुकतसर साहिब की जंग हुंदी है। हुण उस जंग तो पहला कुछ वापरदा है, उस जंग तो पहला गुरु गोबिंद सिंह साहब महाराज, रूपाणा पिंड है मुकतसर साहब तो थोड़ा जिहा हटवा, माझे का एक जथा पहुँचता है उत्थे, उहदे विच बहुत सारे लोग ने, उस इलाके दे बहुत नामी ग्रामी पंच सरपंच उस जथे दे विच शामिल ने। वो गुरु साहब नूं मिलदे ने
ਤੇ ਮਿਲ ਕੇ ਗੁਰੂ ਸਾਹਿਬ ਜੀ ਨੂੰ ਇੱਕ ਸੁਝਾਅ ਦਿੰਦੇ ਨੇ। ਸੁਝਾਅ ਕੀ ਦਿੱਤਾ ਉਹਨਾਂ ਨੇ ਸੁਝਾਅ ਦਿੱਤਾ ਗੁਰੂ ਸਾਹਿਬ ਨੂੰ ਕਿ ਸਤਿਗੁਰੂ ਜੀ, ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਮੁਗਲਾਂ ਦੇ ਨਾਲ, ਜਿਹੜਾ ਸਰਕਾਰ ਦੇ ਨਾਲ ਤੁਸੀਂ ਨਾ ਇਹ ਯੁੱਧ ਵਿੱਢਿਆ ਹੋਇਆ, ਇਹ ਤੁਸੀਂ ਛੱਡ ਦਿਓ। ਹਾਕਮਾਂ ਦੇ ਨਾਲ ਮੱਥਾ ਲਾਉਣਾ ਇਹ ਬਹੁਤੀ ਚੰਗੀ ਗੱਲ ਨਹੀਂ। ਤੁਸੀਂ ਦੇਖ ਹੀ ਲਿਆ ਕਿ ਕਿੰਨਾ ਨੁਕਸਾਨ ਹੋਇਆ, ਆਨੰਦਪੁਰ ਛੱਡਣਾ ਪਿਆ, ਪਰਿਵਾਰ ਵਿਛੜ ਗਿਆ, ਤੁਹਾਡੇ ਪੁੱਤਰ ਸ਼ਹੀਦ ਹੋ ਗਏ, ਮਾਤਾ ਜੀ ਸ਼ਹੀਦ ਹੋ ਗਏ, ਕੁਛ ਵੀ ਨਹੀਂ ਬਚਿਆ ਕੋਲ। ਹਾਕਮਾਂ ਨਾਲ ਮੱਥਾ ਲਾ ਕੇ ਕੀ ਖੱਟਿਆ? ਕੁਛ ਵੀ ਤਾਂ ਹਾਸਲ ਨਹੀਂ ਹੋਇਆ ਤੁਹਾਨੂੰ, ਸਗੋਂ ਆਪਣਾ ਨੁਕਸਾਨ ਕਰਾਇਆ। ਇਸ ਲਈ ਅਸੀਂ ਤੁਹਾਨੂੰ ਇਹ ਕਹਿਣ ਆਏ ਹਾਂ ਕਿ ਜੇ ਤੁਸੀਂ ਆਪਣੀ ਜ਼ਿੱਦ ਛੱਡ ਦਿਓ, ਤੁਸੀਂ ਆਪਣੀ ਗੱਲ ਛੱਡ ਦਿਓ, ਤੇ ਅਸੀਂ ਤੁਹਾਡਾ ਹਾਕਮਾਂ ਨਾਲ ਸਮਝੌਤਾ ਕਰਾ ਦਈਏ। ਸਾਡੀ ਸਰਕਾਰੀ ਦਰਬਾਰੇ ਚੱਲਦੀ ਹੈ, ਅਸੀਂ ਮਿਲਦੇ ਰਹਿੰਦੇ ਹਾਂ ਹਾਕਮਾਂ ਦੇ ਨਾਲ। ਤੁਸੀਂ ਕਹੋ, ਅਸੀਂ ਤੁਹਾਡੀ ਸੁਲ੍ਹਾ ਕਰਾ ਦਿੰਦੇ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸੁਣਿਆ ਤੇ ਸਤਿਗੁਰੂ ਨੇ ਆਖਿਆ ਵੀ ਵਾਹ ਸਿੱਖੋ, ਕਦੀ ਐਸਾ ਸੁਣਿਆ ਅੱਜ ਤੱਕ ਦੇਖਿਆ ਤੁਸੀਂ ਕਦੀ? ਹਮੇਸ਼ਾ ਐਸਾ ਹੋਇਆ ਕਿ ਗੁਰੂ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦਾ ਹੈ, ਪਰ ਅੱਜ ਪਹਿਲੀ ਵਾਰ ਦਫਾ ਹੋਇਆ ਕਿ ਸਿੱਖ ਆਪਣੇ ਗੁਰੂ ਨੂੰ ਉਪਦੇਸ਼ ਦੇ ਰਹੇ ਨੇ। ਸਿੱਖ ਗੁਰੂ ਨੂੰ ਕਹਿ ਰਹੇ ਨੇ ਕਿ ਇੰਜ ਨਹੀਂ, ਇੰਜ ਕਰੋ, ਸਾਡੀ ਗੱਲ ਮੰਨੋ, ਅਸੀਂ ਤੁਹਾਡੀ ਸੁਲ੍ਹਾ ਕਰਾਉਂਦੇ ਹਾਂ। ਗੁਰੂ ਸਾਹਿਬ ਕਹਿੰਦੇ ਬੜਾ ਵਧੀਆ ਕੰਮ ਕਰਦੇ ਤੁਸੀਂ। ਸਤਿਗੁਰੂ ਕਹਿੰਦੇ ਕਿਹੜੇ ਸਮਝੌਤੇ ਦੀ, ਕਿਹੜੀ ਸੁਲ੍ਹਾ ਦੀ ਗੱਲ ਕਰਦੇ ਹੋ ਤੁਸੀਂ? ਜੇ ਤੁਹਾਡੀ ਇੰਨੀ ਹੀ ਪਹੁੰਚ ਸੀ ਤਾਂ ਜਦੋਂ ਗੁਰੂ ਅਰਜੁਨ ਦੇਵ ਮਹਾਰਾਜ ਨੂੰ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਜਾ ਰਿਹਾ ਸੀ, ਉਦੋਂ ਤੁਸੀਂ ਕਿੱਥੇ ਗਏ ਸੀ? ਉਦੋਂ ਕਰਾਉਂਦੇ ਸੁਲ੍ਹਾ? ਜਾਂਦੇ ਅੱਗੇ ਕਿ ਜੀ ਸਾਨੂੰ ਮਾਰ ਦਿਓ ਪਰ ਗੁਰੂ ਸਾਹਿਬ ਨੂੰ ਨਾ ਖਤਮ ਕਰੋ। ਉਦੋਂ ਤੁਸੀਂ ਕਿੱਥੇ ਸੀ? ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਵਿੱਚ ਉਹਨਾਂ ਦਾ ਸੀਸ ਕਤਲ ਕੀਤਾ ਗਿਆ, ਉਦੋਂ ਹੁੰਦੇ ਅੱਗੇ, ਉਦੋਂ ਕਿੱਥੇ ਸੀ ਤੁਸੀਂ? ਮੈਨੂੰ ਇੱਥੇ ਆ ਕੇ ਮੱਤਾਂ ਦੇ ਰਹੇ ਹੋ, ਤੁਸੀਂ ਉਦੋਂ ਕਿੱਥੇ ਸੀ? ਉਹਨਾਂ ਨੇ ਆਖਿਆ ਜੀ ਇਹਨਾਂ ਗੱਲਾਂ ਦਾ ਤੇ ਸਾਨੂੰ ਪਤਾ ਨਹੀਂ, ਪਰ ਜੇ ਤੁਸੀਂ ਇੰਜ ਹੀ ਕਰਨੀ ਹੈ ਤਾਂ ਫਿਰ ਸਾਡੀ ਤੁਹਾਡੇ ਨਾਲ ਬਣਨੀ ਨਹੀਂ। ਗੁਰੂ ਸਾਹਿਬ ਨੇ ਕਿਹਾ ਠੀਕ ਹੈ ਭਾਈ, ਨਹੀਂ ਬਣਨੀ ਤਾਂ ਨਾ ਬਣੇ। ਉਹ ਕਹਿੰਦੇ ਜੀ ਫਿਰ ਅਸੀਂ ਤਾਂ ਆਪਣੇ ਆਪ ਨੂੰ ਤੁਹਾਡੇ ਸਿੱਖ ਨਹੀਂ ਕਹਾ ਸਕਦੇ। ਸਤਿਗੁਰੂ ਕਹਿੰਦੇ ਠੀਕ ਹੈ, ਨਹੀਂ ਕਹਾ ਸਕਦੇ ਤਾਂ ਭਾਈ ਨਾ ਸੀ, ਮੈਨੂੰ ਇਹੋ ਜਿਹੇ ਸਿੱਖਾਂ ਦੀ ਲੋੜ ਵੀ ਨਹੀਂ। ਉੱਥੇ ਉਹਨਾਂ ਨੇ ਗੁਰੂ ਸਾਹਿਬ ਨੂੰ ਲਿਖ ਕੇ ਦਿੱਤਾ। ਸਤਿਗੁਰੂ ਨੇ ਕਿਹਾ ਮੈਨੂੰ ਲਿਖ ਕੇ ਦੇ ਦਿਓ ਕਿ ਅਸੀਂ ਤੁਹਾਡੇ ਸਿੱਖ ਨਹੀਂ। ਉੱਥੇ ਉਹਨਾਂ ਨੇ ਲਿਖ ਕੇ ਦਿੱਤਾ ਕਿ ਅਸੀਂ ਤੁਹਾਡੇ ਸਿੱਖ ਨਹੀਂ ਹਾਂ, ਤੁਸੀਂ ਸਾਡੇ ਗੁਰੂ ਨਹੀਂ ਹੋ। ਇਹ ਆਏ ਤਾਂ ਸਨ ਗੁਰੂ ਸਾਹਿਬ ਜੀ ਦੇ ਹਜ਼ੂਰ ਨਤਮਸਤਕ ਹੋਣ ਲਈ, ਪਰ ਕਹਾਣੀ ਕੁਛ ਹੋਰ ਹੀ ਵਾਪਰ ਗਈ। ਹੁਣ ਵਾਪਸ ਮੁੜ ਪਏ, ਰੁਪਾਣੇ ਤੋਂ ਇਹ ਚੱਲ ਪਏ ਮਾਝੇ ਵੱਲ ਨੂੰ। ਪਿੱਛੋਂ ਫੌਜ ਆ ਰਹੀ ਹੈ ਵਜ਼ੀਰ ਖਾਂ ਦੀ। ਰੁਪਾਣੇ ਤੋਂ ਥੋੜੀ ਦੂਰ ਹੀ ਅਗਾਂਹ ਖਿਦਰਾਣਾ ਦੀ ਢਾਬ, ਜਿਹਨੂੰ ਆਪਾਂ ਹੁਣ ਮੁਕਤਸਰ ਸਾਹਿਬ ਕਹਿੰਦੇ ਹਾਂ। ਮੁਕਤਸਰ ਸਾਹਿਬ ਗੁਰੂ ਸਾਹਿਬ ਜੀ ਨੇ ਜਾ ਕੇ ਖਿਦਰਾਣੇ ਦੀ ਢਾਬ ਤੇ ਡੇਰਾ ਲਾ ਲਿਆ। ਉਹਨਾਂ ਨੇ ਆਪਣੇ ਤਰਫੋਂ ਜੰਗ ਦੀਆਂ ਤਿਆਰੀਆਂ ਕੀਤੀਆਂ ਹੋਈਆਂ। ਤੇ ਜਦੋਂ ਇਹ ਜਥਾ ਵਾਪਸ ਪਰਤ ਰਿਹਾ ਤਾਂ ਇਹਨਾਂ ਵਿੱਚ ਬੀਬੀ ਭਾਗੋ ਹੈ, ਉਸ ਨੇ ਫਿਰ ਇਹਨਾਂ ਨੂੰ ਫਟਕਾਰਾਂ ਪਾਈਆਂ ਕਿ ਤੁਸੀਂ ਆਏ ਕਿਸ ਕੰਮ ਸੀ ਤੇ ਕਰਕੇ ਕੀ ਕੰਮ ਚੱਲੇ। ਆਏ ਤਾਂ ਗੁਰੂ ਦੇ ਕੋਲੋਂ ਭੁੱਲਾਂ ਬਖਸ਼ਾਉਣ ਸੀ ਕਿ ਸਾਨੂੰ ਬਖਸ਼ ਲਵੋ, ਪਰ ਇੱਥੇ ਹੋਰ ਵੱਡੀ ਭੁੱਲ ਕਰ ਚੱਲੇ। ਗੁਰੂ ਨੂੰ ਬੇਨਤੀ ਕਰਨ ਆਏ ਸੀ ਕਿ ਅਸੀਂ ਆਨੰਦਪੁਰ ਸਾਹਿਬ ਤੁਹਾਡੇ ਨਾਲ ਨਹੀਂ ਸੀ ਜਦੋਂ ਆਨੰਦਪੁਰ ਤੁਹਾਨੂੰ ਛੱਡਣਾ ਪਿਆ। ਚਮਕੌਰ ਵਿੱਚ ਅਸੀਂ ਤੁਹਾਡੇ ਨਾਲ ਨਹੀਂ ਸੀ, ਅਸੀਂ ਵੀ ਉੱਥੇ ਸ਼ਹੀਦ ਹੁੰਦੇ ਆਪਣੇ ਵੱਡੇ ਭਾਈਆਂ ਨਾਲ। ਉੱਥੇ ਤੇ ਗੁਰੂ ਸਾਹਿਬ ਦੇ ਕੋਲੋਂ ਖਿਮਾ ਮੰਗਣੀ ਸੀ, ਪਰ ਤੁਸੀਂ ਤੇ ਇੱਥੇ ਹੋਰ ਪਾਪ ਕਰਕੇ ਮੁੜ ਚੱਲੇ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।
ਮਾਈ ਭਾਗੋ ਨੇ ਬੜੀਆਂ ਫਟਕਾਰਾਂ ਪਾਈਆਂ ਇਹਨਾਂ ਨੂੰ, ਤਾਂ ਮਾਈ ਭਾਗੋ ਦੇ ਪ੍ਰੇਰੇ ਹੋਏ ਇਹਨਾਂ ਨੇ ਪ੍ਰਣ ਕੀਤਾ ਕਿ ਅਸੀਂ ਗੁਰੂ ਦੇ ਲਈ ਆਪਣੀ ਜਾਨ ਦੇਵਾਂਗੇ। ਤਾਂ ਭਾਈ ਰਾਏ ਸਿੰਘ, ਭਾਈ ਮਹਾਂ ਸਿੰਘ, ਉਹਨਾਂ ਨੇ ਇੱਕ ਲਕੀਰ ਖਿੱਚੀ ਕਿ ਜਿਹੜਾ ਗੁਰੂ ਦੇ ਲਈ ਆਪਣਾ ਆਪਾ ਵਾਰਨ ਲਈ ਤਿਆਰ ਹੈ ਉਹ ਇਸ ਪਾਸੇ ਆ ਜਾਏ, ਜਿਹਨੂੰ ਆਪਣੀ ਜਾਨ ਪਿਆਰੀ ਹੈ ਉਹ ਵਾਪਸ ਮੁੜ ਜਾਵੇ। ਤਾਂ ਉਹਦੇ ਵਿੱਚੋਂ 40 ਦੇ ਲਗਭਗ ਸਿੱਖ ਉਹ ਲਕੀਰ ਟੱਪ ਕੇ ਇੱਧਰਲੀ ਸਾਈਡ ਆ ਗਏ ਕਿ ਅਸੀਂ ਗੁਰੂ ਦੇ ਲਈ ਆਪਣਾ ਆਪਾ ਵਾਰਾਂਗੇ। ਉਹਨਾਂ ਨੇ ਮਾਈ ਭਾਗੋ ਦੀ ਅਗਵਾਈ ਦੇ ਵਿੱਚ ਗੁਰੂ ਸਾਹਿਬ ਜੀ ਦੇ ਹਜ਼ੂਰ ਖਿਦਰਾਣੇ ਦੀ ਢਾਬ, ਸਤਿਗੁਰੂ ਜੀ ਉੱਚੇ ਪਾਸੇ ਸਨ, ਉੱਚੇ ਟਿੱਬੇ ਤੇ ਇਹਨਾਂ ਨੇ ਹੇਠਲੇ ਪਾਸੇ ਮੁਗਲ ਫੌਜ ਦਾ ਰਾਹ ਰੋਕਿਆ ਤੇ ਉੱਥੇ ਅੱਜ ਦੇ ਦਿਨ ਇਹ ਸ਼ਹਾਦਤ ਦਾ ਜਾਮ ਪੀਂਦੇ ਨੇ। ਮੁਕਤਸਰ ਸਾਹਿਬ ਅੱਜ ਇਸ ਦਿਨ ਨੂੰ ਸੰਬੰਧਿਤ ਅੱਜ ਦੇ ਦਿਨ ਸ਼ਹੀਦੀ ਜੋੜ ਮੇਲ ਹੁੰਦਾ। ਅੱਜ ਦੇ ਦਿਨ ਇਹ ਜੰਗ ਹੋਈ ਸੀ 21 ਵਿਸਾਖ ਨੂੰ, ਤੇ ਇਸ ਦਿਨ ਨੂੰ ਹਰ ਸਾਲ ਮੁਕਤਸਰ ਸਾਹਿਬ ਦੇ ਵਿੱਚ 21 ਵਿਸਾਖ ਨੂੰ ਹੀ ਇਸ ਦਿਨ ਨੂੰ ਯਾਦ ਕਰਕੇ ਮਨਾਇਆ ਜਾਂਦਾ ਹੈ। ਹੁਣ ਇੱਥੇ ਜਿਹੜੀ ਗੱਲ ਗੁਰੂ ਸਾਹਿਬ ਨੇ ਕਹੀ ਕਿ ਤਿਸੀ ਮਿਟੀ ਇਤਿਹਾਸ ਅਗਿਆਨ ਅੰਧੇਰੇ, ਕਿ ਜਿਨ੍ਹਾਂ ਨੇ ਭੁੱਲ ਕੀਤੀ ਅਗਿਆਨਤਾ ਕਰਕੇ, ਕਿਉਂਕਿ ਅਗਿਆਨਤਾ ਕਰਕੇ ਗਲਤੀ ਹੋ ਗਈ, ਭੁੱਲ ਹੋ ਗਈ, ਹੰਕਾਰ ਕਰਕੇ ਹੋ ਗਈ, ਮਨ ਉੱਤੇ ਮਾਇਆ ਦਾ ਪਰਦਾ ਪਿਆ ਸੀ, ਹੰਕਾਰ ਦਾ ਪਰਦਾ ਪਿਆ ਸੀ ਕਿ ਅਸੀਂ ਤੇ ਵੱਡੇ ਆਦਮੀ ਆ, ਅਸੀਂ ਸੁਲ੍ਹਾ ਕਰਾ ਦਿਆਂਗੇ। ਜਦੋਂ ਉਹ ਅਗਿਆਨ ਮਿਟਿਆ, ਜਦੋਂ ਉਸ ਗਲਤੀ ਦਾ ਅਹਿਸਾਸ ਹੋਇਆ ਤਾਂ ਉਹਨਾਂ ਨੇ ਖਿਮਾ ਮੰਗ ਲਈ। ਜਦੋਂ ਸਾਰੇ ਸਿੰਘ ਸ਼ਹੀਦ ਹੋ ਗਏ ਤਾਂ ਇਹਨਾਂ ਵਿੱਚੋਂ ਜਦੋਂ ਗੁਰੂ ਸਾਹਿਬ ਢਾਬ ਤੇ ਆਏ, ਉਹਨਾਂ ਨੇ ਆ ਕੇ ਦੇਖਿਆ ਤਾਂ ਮਹਾਂ ਸਿੰਘ ਸਹਿ ਰਿਹਾ ਸੀ। ਮਹਾਂ ਸਿੰਘ ਨੂੰ ਗੁਰੂ ਸਾਹਿਬ ਨੇ ਆਖਿਆ ਕਿ ਤੁਸੀਂ ਆਪਣਾ ਖੂਨ ਡੋਲ ਕੇ ਆਪਣੀ ਕੀਤੀ ਗਲਤੀ ਨੂੰ ਤੁਸੀਂ ਧੋ ਦਿੱਤਾ, ਆਪਣੇ ਕੀਤੇ ਪਾਪ ਨੂੰ ਧੋ ਦਿੱਤਾ, ਮੰਗ ਲਵੋ ਤੁਹਾਨੂੰ ਕੁਝ ਦੇ ਦਈਏ। ਤਾਂ ਉਹਨਾਂ ਨੇ ਕਿਹਾ ਸੱਚੇ ਪਾਤਸ਼ਾਹ ਹੋਰ ਕੁਝ ਨਹੀਂ ਚਾਹੀਦਾ, ਜੋ ਅਸੀਂ ਗਲਤੀ ਕੀਤੀ ਸਾਡੀ ਉਹ ਗਲਤੀ ਮਾਫ ਕਰ ਦਿਓ, ਜੋ ਅਸੀਂ ਤੁਹਾਨੂੰ ਬੇਦਾਵਾ ਦਿੱਤਾ ਨਾ ਉਹ ਖਤਮ ਕਰ ਦਿਓ, ਉਹ ਅਸੀਂ ਅਗਿਆਨਤਾ ਬਸ ਕਰ ਬੈਠੇ, ਬਸ ਉਹ ਸਾਡੀ ਇੱਕ ਭੁੱਲ ਬਖਸ਼ ਦਿਓ, ਬਸ ਹੋਰ ਕੁਝ ਨਹੀਂ। ਸਤਿਗੁਰੂ ਕਹਿੰਦੇ ਸਾਧ ਸੇਵਾ ਅਗ ਕੱਟੇ ਕਨੇਰੇ, ਗੁਰੂ ਦੀ ਸੇਵਾ ਕਰਕੇ ਪਾਪ ਮਿਟ ਜਾਂਦੇ ਨੇ, ਸਾਡੇ ਪਾਪ ਸਾਡੇ ਔਗਣ ਮਿਟ ਜਾਂਦੇ ਗੁਰੂ ਦੀ ਸੇਵਾ ਕਰਕੇ। ਜਦੋਂ ਅਸੀਂ ਗੁਰੂ ਦੇ ਲਈ ਆਪਣਾ ਆਪਾ ਵਾਰ ਦਿੰਦੇ ਹਾਂ ਤਾਂ ਸਾਡੇ ਸਾਰੇ ਪਾਪ ਮਿਟ ਜਾਂਦੇ ਨੇ। ਜਦੋਂ ਅਸੀਂ ਗੁਰੂ ਦੇ ਲਈ ਆਪਣੇ ਹੰਕਾਰ ਨੂੰ ਮਾਰ ਦਿੰਦੇ ਹਾਂ ਤਾਂ ਸਾਡੇ ਪਾਪ ਮਿਟ ਜਾਂਦੇ ਨੇ। ਇਸ ਲਈ ਗੁਰੂ ਦੇ ਦਰ ਉਹਨਾਂ ਨੂੰ ਹੀ ਪ੍ਰਵਾਨਗੀ ਮਿਲਦੀ ਜਿਹੜੇ ਆਪਣੀ ਮੈਂ ਨੂੰ ਮਿਟਾ ਦਿੰਦੇ। ਸਤਿਗੁਰੂ ਕਹਿੰਦੇ ਸੂਖ ਸਹਿਜ ਆਨੰਦ ਘਨਾ, ਉਹਨਾਂ ਨੂੰ ਹੀ ਸੁੱਖ ਸਹਿਜ ਤੇ ਆਨੰਦ ਹੈ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ। ਗੁਰ ਸੇਵਾ ਤੇ ਭੈ ਮਨ ਨਿਰਮਲ, ਮਨ ਗੁਰੂ ਦੀ ਸੇਵਾ ਨਾਲ ਨਿਰਮਲ ਹੋ ਗਿਆ। ਹਰ 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 ਨਾਮ ਸੁਣਾ, ਜਿਨ੍ਹਾਂ ਆਪਣੇ ਕੰਨਾਂ ਰਾਹੀਂ ਵਾਹਿਗੁਰੂ ਦੇ ਨਾਮ ਨੂੰ ਸੁਣਿਆ। ਰਹਾਉ ਬਿਨਸਿਓ ਮਨ ਕਾ ਮੂਰਖ ਢੀਠਾ, ਜੋ ਮਨ ਦਾ ਮੂਰਖਪੁਣਾ ਸੀ, ਢੀਠਪੁਣਾ, ਉਹ ਬਿਨਸ ਗਿਆ। ਢੀਠਪੁਣਾ ਸਮਝ ਆ ਗਈ ਜਦੋਂ ਮਾਈ ਭਾਗੋ ਨੇ ਲਲਕਾਰਿਆ, ਫਟਕਾਰਾਂ ਪਾਈਆਂ ਤਾਂ ਢੀਠਪੁਣਾ ਖਤਮ ਹੋਇਆ ਕਿ ਅਸੀਂ ਤਾਂ ਢੀਠ ਹੋ ਗਏ, ਅਸੀਂ ਤੇ ਗੁਰੂ ਨੂੰ ਗਲਤ ਬੋਲ ਆਏ ਆ। ਫਿਰ ਸਮਝ ਆਈ। ਸਤਿਗੁਰੂ ਕਹਿੰਦੇ ਬਿਨਸਿਓ ਮਨ ਕਾ ਮੂਰਖ ਢੀਠਾ, ਢੀਠਪੁਣਾ, ਕਿਉਂਕਿ ਢੀਠ ਆਦਮੀ ਜਿਹੜਾ ਹੈ ਉਹ ਛੇਤੀ ਕਿਤੇ ਗੱਲ ਸਮਝਦਾ ਨਹੀਂ। ਮੂਰਖ ਬੰਦਾ ਤੇ ਇੱਕ ਦਿਨ ਸਮਝ ਹੀ ਜਾਂਦਾ, ਪਰ ਢੀਠ ਆਦਮੀ ਸਮਝਦਾ ਨਹੀਂ, ਉਹ ਸਮਝਣ ਦੇ ਬਾਵਜੂਦ ਵੀ ਨਾ ਸਮਝੀ ਕਰਦਾ। ਪਰ ਜਦੋਂ ਫਿਰ ਮਾਰ ਪੈਂਦੀ ਹੈ, ਜਦੋਂ ਫਟਕਾਰ ਪੈਂਦੀ ਹੈ, ਫਿਰ ਜਾ ਕੇ ਸਮਝ ਆਉਂਦੀ। ਸਤਿਗੁਰੂ ਕਹਿੰਦੇ ਬਿਨਸਿਓ ਮਨ ਕਾ ਮੂਰਖ ਢੀਠਾ, ਪ੍ਰਭ ਕਾ ਭਾਣਾ ਲਾਗਾ ਮਿੱਠਾ। ਹੁਣ ਪ੍ਰਭੂ ਦਾ ਭਾਣਾ ਮਿੱਠਾ ਲੱਗਣ ਲੱਗਿਆ, ਉਹਦਾ ਭਾਣਾ, ਉਹਦੀ ਰਜ਼ਾ ਮਿੱਠੀ ਲੱਗੀ ਕਿ ਜੋ ਉਹਨੇ ਕੀਤਾ ਚੰਗਾ, ਜੋ ਉਹਦੇ ਭਾਣੇ ਵਿੱਚ ਹੋਇਆ ਚੰਗਾ। ਹੁਣ ਸਮਝ ਆ ਗਈ ਕਿ ਸਭ ਕੁਝ ਉਹਦੇ ਭਾਣੇ ਵਿੱਚ ਹੀ ਸੀ, ਉਹਦੀ ਰਜ਼ਾ ਵਿੱਚ ਹੀ ਸੀ, ਇਸ ਲਈ ਹੁਣ ਸਭ ਪਿਆਰਾ ਲੱਗਦਾ ਹੈ। ਸਤਿਗੁਰੂ ਕਹਿੰਦੇ ਗੁਰ ਪੂਰੇ ਕੇ ਚਰਨ ਗਏ, ਜਿਨ੍ਹਾਂ ਨੇ ਪੂਰੇ ਗੁਰੂ ਦੇ ਚਰਨ ਪਕੜ ਲਏ,
ਕੋਟ ਜਨਮ ਕੇ ਪਾਪ ਲਹੇ, ਕਰੋੜਾਂ ਜਨਮਾਂ ਦੇ ਪਾਪ ਉਹਨਾਂ ਦੇ ਲੱਥ ਗਏ, ਉਹ ਸਭ ਪਾਪਾਂ ਤੋਂ ਮੁਕਤ ਹੋ ਗਏ। ਰਤਨ ਜਨਮ ਇਹ ਸਫਲ ਭਇਆ, ਇਹ ਅਨਮੋਲ ਜਨਮ, ਇਹ ਜਿਹੜਾ ਰਤਨ ਵਰਗਾ ਕੀਮਤੀ ਜੀਵਨ ਸੀ ਨਾ, ਇਹ ਸਫਲ ਹੋ ਗਿਆ। ਰਤਨ ਜਨਮ ਇਹ ਸਫਲ ਭਇਆ, ਕਹੋ ਨਾਨਕ ਪ੍ਰਭ ਕਰੀ ਮਿਆ। ਗੁਰੂ ਨੇ ਕਿਰਪਾ ਕੀਤੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ। ਭਾਈ ਮਹਾ ਸਿੰਘ ਦੇ ਰਾਹੀਂ ਉਹ ਸਾਰੇ ਤਰ ਗਏ, ਜਿਹੜੇ ਵੀ ਉੱਥੇ ਸ਼ਹੀਦ ਹੋਏ ਉਹਨਾਂ ਸਾਰਿਆਂ ਨੂੰ ਮੁਕਤੀ ਹਾਸਲ ਹੋਈ, ਉਹਨਾਂ ਸਾਰਿਆਂ ਨੂੰ। ਇਸ ਲਈ ਤੇ ਉਹਨਾਂ ਨੂੰ ਮੁਕਤੇ ਕਿਹਾ। ਸਤਿਗੁਰੂ ਕਹਿੰਦੇ ਜਨਮ ਸਫਲ ਹੋ ਗਿਆ, ਇੱਕ ਗਲਤੀ ਕਰਕੇ ਜਨਮ ਭ੍ਰਿਸ਼ਟ ਹੋ ਗਿਆ ਸੀ, ਬਰਬਾਦ ਹੋ ਗਿਆ ਸੀ, ਪਰ ਗੁਰੂ ਨੇ ਕਿਰਪਾ ਕਰ ਦਿੱਤੀ ਤਾਂ ਉਹ ਜਨਮ ਸਫਲਾ ਹੋ ਗਿਆ, ਜੀਵਨ ਸਫਲ ਹੋਇਆ। ਇਸ ਸੰਬੰਧ ਵਿੱਚ ਸ਼ਾਮ ਦੇ ਦੀਵਾਨ ਵਿੱਚ ਆਪਾਂ ਵਿਸਥਾਰ ਨਾਲ ਵਿਚਾਰਾਂਗੇ ਕਿ ਮੁਕਤਸਰ ਸਾਹਿਬ ਦੀ ਜੰਗ ਕਿਵੇਂ ਹੋਈ, ਉਹਦਾ ਕਿਵੇਂ ਮੁੱਢ ਵੱਜਦਾ, ਕਿਵੇਂ ਇਹ ਗੁਰੂ ਕੇ ਸਿੱਖ ਇਹ 40 ਮੁਕਤੇ ਕਿਵੇਂ ਸ਼ਹੀਦ ਹੁੰਦੇ ਨੇ, ਮਾਈ ਭਾਗੋ ਕੀ ਆਪਣਾ ਰੋਲ ਅਦਾ ਕਰਦੀ ਹੈ, ਇਹ ਆਪਾਂ ਸ਼ਾਮ ਦੇ ਦੀਵਾਨ ਅੰਦਰ ਵਿਸਥਾਰ ਨਾਲ ਜਾਣਾਂਗੇ। ਆਪ ਜੀ ਨੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ, ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।